हेलो गुड मॉर्निंग स्टूडेंट्स वेलकम टू माय चैनल माय नेम इज़ पल्लवी। मैं अपने चैनल ਦੇ ਉੱਤੇ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਥਿਊਰੀਜ਼ ਹੈਗੀਆਂ ਉਹ ਸ਼ੇਅਰ ਕਰਨ ਜਾ ਰਹੀ ਸੀ, ਜਿਹੜੀਆਂ ਕਿ ਬੀਐਡ ਐਮਐਡ ਦੇ ਵਿਦਿਆਰਥੀਆਂ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣਗੀਆਂ। ਲਾਸਟ ਜਿਹੜੀ ਮੈਂ ਸ਼ੇਅਰ ਕੀਤੀ ਸੀ ਉਹ ਪਿਆਜੇ ਦੀ ਥਿਊਰੀ ਸੀਗੀ। ਆਈ ਹੋਪ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ। ਤਾਂ ਅੱਜ ਜਿਹੜੀ ਮੈਂ ਤੁਹਾਨੂੰ ਥਿਊਰੀ ਕਰਵਾਉਣ ਜਾ ਰਹੀ ਹਾਂ ਦੈਟ ਇਜ਼ ਅ ਬਰੂਨਰਸ ਲਰਨਿੰਗ ਥਿਊਰੀ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਟੂਡੈਂਟ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ। ਤਾਂ ਅੱਜ ਦੀ ਥਿਊਰੀ ਆਪਣੀ ਲਰਨਿੰਗ ਥਿਊਰੀ ਆਫ ਬਰੂਨਰ। ਤਾਂ ਬਰੂਨਰ ਕੀ ਹੈ? ਬਰੂਨਰ ਨੇ ਜਿਹੜਾ ਇਹ ਆਪਦੀ ਥਿਊਰੀ ਰਿਪਰੈਜ਼ੈਂਟ ਕੀਤੀ ਦੈਟ ਇਜ਼ ਇਨ 1966, ਜਿਹੜੀ ਕਿਹਦੇ ਨਾਲ ਕੰਸਰਨ ਵਿਦ ਨੌਲੇਜ ਇਜ਼ ਰਿਪਰੈਜ਼ੈਂਟਡ ਇਨ ਆਰਗੇਨਾਈਜ਼ਡ ਥਰੂ ਡਿਫਰੈਂਟ ਮੋਡਸ ਆਫ ਥਿੰਕਿੰਗ। ਕਹਿੰਦੇ ਜਿਹੜੀ ਬੱਚੇ ਕੋਲ ਨੌਲੇਜ ਆਉਂਦੀ ਹੈ ਨਾ, ਜਿਹੜਾ ਗਿਆਨ ਆਉਂਦਾ ਹੈ ਉਹ ਕਾਫੀ ਸਾਰੇ ਥਿੰਕਿੰਗ ਦੇ ਮੋਡਸ 'ਚੋਂ ਨਿਕਲ ਕੇ ਆਉਂਦਾ ਹੈ। ਮਤਲਬ ਬੱਚਾ ਬਹੁਤ ਸ਼ੁਰੂ ਤੋਂ ਮਤਲਬ ਕਿ ਥਿੰਕਿੰਗ ਪਾਵਰ ਕਰਨੀ ਸ਼ੁਰੂ ਕਰ ਦਿੰਦਾ। ਥਿੰਕਿੰਗ ਜਿਹਦੇ ਕੋਲ ਪਾਵਰ ਹੁੰਦੀ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦਾ। ਤਾਂ ਚੀਜ਼ਾਂ ਨੂੰ ਸੋਚਦੇ ਬੱਚਾ ਉਹਨਾਂ ਚੀਜ਼ਾਂ ਨੂੰ ਔਰਗੇਨਾਈਜ਼ 'ਚ ਕਰਦਾ, ਬੱਚਾ ਉਹਨਾਂ ਚੀਜ਼ਾਂ ਨੂੰ ਲਰਨ ਕਰਨਾ ਸਿੱਖ ਲੈਂਦਾ। ਤਾਂ ਇਹ ਥਿੰਕਿੰਗ ਦੀ ਪਾਵਰ ਨਾਲ ਹੁੰਦਾ ਸਾਰਾ ਕੁਝ। ਇਨ ਹਿਜ਼ ਰਿਸਰਚ ਔਨ ਦ ਕੋਗਨੇਟਿਵ ਡਿਵੈਲਪਮੈਂਟ ਆਫ ਚਿਲਡਰਨ, ਜੌਨ ਬਰੂਨਰ ਪ੍ਰਪੋਜ਼ 3 modes of representation। ਤਾਂ ਜੌਨ ਬਰੂਨਰ ਨੇ ਆਪਣੀ 3 modes ਰਿਪਰੈਜ਼ੈਂਟ ਕੀਤੇ ਆਪਦੀ ਥਿਊਰੀ ਦੇ। ਦੈਟ ਇਜ਼ ਇਨੈਕਟਿਵ ਰਿਪਰੈਜ਼ੈਂਟੇਸ਼ਨ ਜੋ ਕਿ ਐਕਸ਼ਨ ਬੇਸਡ ਹੁੰਦੀ ਹੈ, ਆਈਕੋਨਿਕ ਰਿਪਰੈਜ਼ੈਂਟੇਸ਼ਨ ਜੋ ਕਿ ਇਮੇਜ ਬੇਸਡ ਹੁੰਦੀ ਹੈ, ਅਤੇ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਜੋ ਕਿ ਲੈਂਗੁਏਜ ਬੇਸਡ ਹੁੰਦੀ ਹੈ। ਤਾਂ ਬਰੂਨਰ ਕੀ ਹੈ? ਕਹਿੰਦੇ ਬਰੂਨਰ ਜਿਹੜੀ ਥਿਊਰੀ ਹੈ ਨਾ ਦੈਟ ਇਜ਼ ਇੰਸਪਾਇਰਡ ਬਾਏ ਪਿਆਜੇ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਇੰਸਪਾਇਰਡ ਹੈ। ਉਸੇ ਲੀਹ 'ਤੇ ਚੱਲਦੇ ਹੋਏ ਮਤਲਬ ਉਹਨੇ ਉਹੀ ਸਿਧਾਂਤ ਪੇਸ਼ ਕੀਤੇ ਹੈ। ਬਰੂਨਰ ਨੇ ਪਿਆਜੇ ਵਾਂਗ ਇਹ ਪਰਿਕਲਪਨਾ ਪੇਸ਼ ਕੀਤੀ ਹੈ ਕਿ ਵਿਅਕਤੀ ਦੀ ਵਿਚਾਰ ਪ੍ਰਕਿਰਿਆ ਪਰਿਪੱਕਤਾ, ਸਿਖਲਾਈ ਅਤੇ ਅਨੁਭਵ ਦੀਆਂ ਲੜੀਵਾਰ ਅਵਸਥਾਵਾਂ ਦੇ ਨਤੀਜੇ ਵਜੋਂ ਵਿਕਸਿਤ ਹੁੰਦੀ ਹੈ। ਮਤਲਬ ਵਿਅਕਤੀ ਦਾ ਜੋ ਵਿਕਾਸ ਹੁੰਦਾ ਨਾ, ਜੋ ਆਪਣੀ ਸੋਚਣ ਦੀ ਪ੍ਰਕਿਰਿਆ ਬਣਦੀ ਹੈ, ਉਹ ਦੇਖੋ ਕਿੰਨੀਆਂ ਸਟੇਜਾਂ ਦੇ ਵਿੱਚੋਂ ਨਿਕਲਦੀ ਹੈ। ਆਪਾਂ ਚੀਜ਼ਾਂ ਨੂੰ ਸਿੱਖਦੇ ਹਾਂ ਜਾਂ ਫਿਰ ਆਪਾਂ ਚੀਜ਼ਾਂ ਨੂੰ ਅਨੁਭਵ ਕਰਦੇ ਹਾਂ। ਬਹੁਤ ਵਾਰੀ ਹੁੰਦਾ ਨਾ ਆਪਾਂ ਚੀਜ਼ਾਂ ਨੂੰ ਵੇਖ ਕੇ ਹੀ ਸਿੱਖ ਲੈਂਦੇ ਹਾਂ, ਜਾਂ ਆਪਾਂ ਨੂੰ ਲਾਈਫ ਦੇ ਵਿੱਚ ਕੁਝ ਐਕਸਪੀਰੀਅੰਸ ਮਿਲੇ ਹੁੰਦੇ, ਆਪਾਂ ਉਹਨਾਂ ਐਕਸਪੀਰੀਅੰਸ ਤੋਂ ਸਿੱਖਦੇ ਹਾਂ। ਇਸ ਤਰ੍ਹਾਂ ਜੋ ਵੀ ਘਟਨਾਵਾਂ ਲੜੀਵਾਰ ਅਵਸਥਾ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਰਹਿੰਦੀਆਂ, ਉਹਨਾਂ ਤੋਂ ਆਪਾਂ ਸਿੱਖ ਕੇ ਕੀ ਹੁੰਦੇ ਰਹਿੰਦੇ ਹਾਂ? ਪਰਿਪੱਕ ਹੁੰਦੇ ਰਹਿੰਦੇ ਹਾਂ। ਆਪਾਂ ਨੂੰ ਆਪਣੀ ਵਿਚਾਰਧਾਰਾ, ਆਪਾਂ ਨੂੰ ਚੀਜ਼ਾਂ ਨੂੰ ਸੋਚਣ ਦੀ ਜਿਹੜੀ ਪ੍ਰਕਿਰਿਆ ਉਹ ਆਪਣੀ ਮਾਈਂਡ ਦੇ ਵਿੱਚ ਡਿਵੈਲਪ ਹੁੰਦੀ ਰਹਿੰਦੀ ਹੈ। Brunner constructive theory suggests it is effective when faced with new material to follow the progression from inactive to iconic to symbolic representation. This holds true event for adult learning. ਕਹਿੰਦੇ ਹੁਣ ਇਹਦੀਆਂ ਸਟੇਜ ਦੇ ਵਿੱਚ ਉਹੀ ਹੈ, ਐਕਸ਼ਨ ਬੇਸਡ ਟੂ ਇਮੇਜ ਬੇਸਡ ਟੂ ਲੈਂਗੁਏਜ ਬੇਸ ਤੱਕ ਜਿਹੜਾ ਬੱਚਾ ਆਉਂਦਾ ਤਾਂ ਇੱਕ ਅਡਲਟ ਲਰਨਰ ਦੀ ਸਟੇਜ ਤੱਕ ਪਹੁੰਚ ਜਾਂਦਾ। ਮਤਲਬ ਜਨਮ ਤੋਂ ਸ਼ੁਰੂ ਹੋ ਕੇ ਇੱਕ ਅਡਲਟ ਲਰਨਰ ਦੀ ਸਟੇਜ 'ਤੇ ਪਹੁੰਚਦਾ ਬਾਈ ਫੋਲੋਇੰਗ ਦੀਜ਼ 3 ਬੇਸਡ ਜਿਹੜੀਆਂ ਹੈਗੀਆਂ ਪ੍ਰਕਿਰਿਆਵਾਂ। Brunner work also suggests that a learner, even of a very young age, is capable of learning any material so long the instruction is organized appropriately, in sharp contrast in belief of Piaget and other stages. ਤਾਂ ਕਹਿੰਦਾ ਬਰੂਨਰ ਸੁਜੈਸਟ ਕਰਦਾ ਵੀ ਬੱਚੇ ਦਾ ਜਿਹੜਾ ਮਾਈਂਡ ਹੁੰਦਾ ਨਾ ਯੰਗ ਏਜ ਦੇ ਵਿੱਚ ਜ਼ਿਆਦਾ ਕੰਮ ਕਰਦਾ। ਯੰਗ ਏਜ ਦੇ ਵਿੱਚ ਜੋ ਆਪਾਂ ਚੀਜ਼ਾਂ ਸਿੱਖ ਲੈਂਦੇ, ਆਪਣਾ ਮਾਈਂਡ ਸ਼ਾਰਪ ਹੁੰਦਾ, ਆਪਣੇ ਦਿਮਾਗ ਦੇ ਵਿੱਚ ਉਹ ਬਹਿ ਜਾਂਦੀਆਂ ਅਤੇ ਇੱਕ ਉਹਨਾਂ ਨੂੰ ਔਰਗੇਨਾਈਜ਼ ਵੇਜ਼ ਦੇ ਵਿੱਚ ਇੱਕ ਲੜੀਵਾਰ ਤਰੀਕੇ ਦੇ ਵਿੱਚ ਲਗਾ ਕੇ ਆਪਾਂ ਉਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਆਲਰੇਡੀ ਮੈਂ ਕਹਿ ਚੁੱਕੀ ਵੀ ਜਿਹੜੀ ਬਰੂਨਰ ਦੀ ਜਿਹੜੀ ਥਿਊਰੀ ਆ ਉਹ ਪਿਆਜੇ ਅਤੇ ਹੋਰ ਕਈ ਥਿਊਰਿਸਟਸ ਦੀ ਥਿਊਰੀ ਦੇ ਉੱਤੇ ਇੰਸਪਾਇਰਡ ਹੈ, ਜਿਹੜੀਆਂ ਕਿ ਨੌਲੇਜ ਨੂੰ ਰਿਪਰੈਜ਼ੈਂਟ ਕਰਦੀਆਂ। ਤਾਂ 3 ਸਟੇਜਾਂ ਨੂੰ ਆਪਾਂ ਦੇਖਾਂਗੇ। ਪਹਿਲੀ ਸਟੇਜ ਹੈਗੀ ਇਨੈਕਟਿਵ, ਜਿਹੜੀ ਕਿ 0 ਤੋਂ ਲੈ ਕੇ 1 ਈਅਰ ਤੱਕ ਹੁੰਦੀ ਹੈ, ਜਿਹਨੂੰ ਪੰਜਾਬੀ ਵਿੱਚ ਆਪਾਂ ਕਿਰਿਆਤਮਕ ਪ੍ਰਸਤੁਤਕਰਨ ਅਵਸਥਾ ਵੀ ਕਹਿ ਦਿੰਦੇ ਹਾਂ। ਦ ਫਸਟ ਕਾਈਂਡ ਆਫ ਮੈਮਰੀ, ਬੱਚੇ ਦੀ ਜਿਹੜੀ ਪਹਿਲੀ ਮੈਮਰੀ ਹੈ। ਦਿਸ ਮੋਡ ਯੂਜ਼ ਵਿਦਇਨ ਅ ਫਸਟ ਈਅਰ ਆਫ ਲਾਈਫ, ਜਦੋਂ ਬੱਚਾ ਜਨਮ ਲੈਂਦਾ ਪਹਿਲੇ ਸਾਲ ਦੇ ਵਿੱਚ ਇਹ ਸਟੇਜ ਜਿਹੜੀ ਹੈ ਬੱਚੇ ਦੀ ਸ਼ੁਰੂ ਹੋ ਜਾਂਦੀ ਇਨੈਕਟਿਵ। Thinking is based entirely on physical action and infant learning by doing rather than by internally. Internally ਦੇਖੋ ਬੱਚੇ ਨੂੰ ਕੋਈ ਚੀਜ਼ ਦਾ ਨਹੀਂ ਪਤਾ, ਸਿਰਫ ਲਰਨਿੰਗ ਬਾਈ ਡੂਇੰਗ। ਜਿਵੇਂ ਕਿਸੇ ਵੀ ਚੀਜ਼ ਨੂੰ ਕਰਕੇ, ਜਿਵੇਂ ਲੱਤਾਂ ਨੂੰ ਹਿਲਾਇਆ ਉਹਨੂੰ ਪਤਾ ਲੱਗਿਆ ਇਹ ਐਕਟੀਵਿਟੀ ਹੋ ਰਹੀ ਹੈ, ਜਾਂ ਮਤਲਬ ਲੱਤਾਂ ਨੂੰ ਬੈੱਡ ਨਾਲ ਝਟਕਾ ਰਿਹਾ ਤਾਂ ਬੈੱਡ ਦੀ ਆਵਾਜ਼ ਆ ਰਹੀ ਹੈ, ਮਤਲਬ ਇਸ ਤਰ੍ਹਾਂ ਦੀ ਐਕਟੀਵਿਟੀ ਲਰਨਿੰਗ ਬਾਈ ਡੂਇੰਗ। ਮਤਲਬ ਉਦੋਂ ਇੰਟਰਨਲੀ ਪ੍ਰੋਸੈਸ ਬੱਚੇ ਦਾ ਕੁਝ ਕੰਮ ਨਹੀਂ ਕਰ ਰਿਹਾ, ਚੀਜ਼ਾਂ ਨੂੰ ਦੇਖ ਰਿਹਾ ਅਤੇ ਸਿੱਖ ਰਿਹਾ। It involves encoding physical action based information is storing in a memory. ਮੈਮਰੀ ਦੇ ਵਿੱਚ ਬੱਚੇ ਦੇ ਸਟੋਰ ਹੁੰਦੀ ਰਹਿੰਦੀ। ਮਤਲਬ ਮੈਂ ਜੇ ਟੇਬਲ ਦੇ ਉੱਤੇ ਹੱਥ ਮਾਰੂੰਗਾ ਜਾਂ ਤਾਂ ਮੇਰੇ ਹੱਥ 'ਚ ਦਰਦ ਹੋਊਗਾ, ਜਾਂ ਹੈ ਨਾ ਜੇ ਕਿਸੇ ਨੂੰ ਚੁੱਪ ਕਰਾਉਣਾ ਹੈ, ਖੜਕਾ ਕਰਨਾ ਤਾਂ ਹੱਥ ਮਾਰਨਾ। ਤਾਂ ਇਹ ਮਤਲਬ ਕੀ ਹੈ, ਮੈਮਰੀ ਦੇ ਵਿੱਚ ਚੀਜ਼ਾਂ, ਜਿਵੇਂ ਅੱਗ ਦੇ ਕੋਲ ਬੱਚਾ ਹੱਥ ਲੈ ਕੇ ਜਾਂਦਾ ਤਾਂ ਸੇਕ ਲੱਗਦਾ, ਉਹਨੂੰ ਪਤਾ ਲੱਗਦਾ ਵੀ ਨਹੀਂ, ਦਰਦ ਮਹਿਸੂਸ ਹੁੰਦਾ ਵੀ ਇਹ ਚੀਜ਼ ਮੈਂ ਨਹੀਂ ਕਰਨੀ। ਤਾਂ ਥੋੜ੍ਹੀਆਂ ਚੀਜ਼ਾਂ ਮੈਮਰੀ ਦੇ ਵਿੱਚ ਸਟੋਰ ਹੋਣੀਆਂ ਸ਼ੁਰੂ ਹੋਈਆਂ। ਜਿਵੇਂ ਇਹਨਾਂ ਨੇ ਫੋਰ ਐਗਜ਼ਾਮਪਲ ਦਿੱਤੀ ਇਨ ਦ ਫੋਰਮ ਆਫ ਮੂਵਮੈਂਟ ਇਨ ਮਸਲ ਮੈਮਰੀ। ਜਿਵੇਂ ਮਸਲ ਮੈਮਰੀ ਦੇ ਵਿੱਚ ਕੀ ਸਟੋਰ ਹੁੰਦਾ ਵੀ ਜਦੋਂ ਬੱਚਾ ਰੈਟਲ ਨੂੰ ਹਿਲਾ ਰਿਹਾ, ਛਣਕਣੇ ਨੂੰ ਹਿਲਾ ਰਿਹਾ ਤਾਂ ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ।
ਦਿਸ ਮੋਡ ਕੰਟੀਨਿਊਜ਼ ਲੇਟਰ ਇਨ ਮੈਨੀ ਫਿਜ਼ੀਕਲ ਐਕਟੀਵਿਟੀ। ਹੌਲੀ ਹੌਲੀ ਆਪਣੀਆਂ ਫਿਜ਼ੀਕਲ ਐਕਟੀਵਿਟੀ ਵੱਧਦੀਆਂ ਜਾਂਦੀਆਂ, ਜਿਵੇਂ ਜਿਵੇਂ ਆਪਾਂ ਐਡਲਟ ਹੁੰਦੇ ਜਾਂਦੇ ਹਾਂ ਆਪਣੀਆਂ ਮੋਟਰ ਟਾਸਕ ਵੱਧਦੀਆਂ, ਜਿਵੇਂ ਆਪਾਂ ਟਾਈਪ ਕਰਨਾ ਸ਼ੁਰੂ ਕਰਦੇ ਹਾਂ, ਕੋਈ ਮਸ਼ੀਨ 'ਤੇ ਜਿਵੇਂ ਕੱਪੜੇ ਨੂੰ ਸਿਉਣਾ ਜਾਂ ਕੁਛ ਵੀ, ਕੋਈ ਮੋਟਰ ਨੂੰ ਆਪਰੇਟ ਕਰਨਾ, ਤਾਂ ਹੌਲੀ ਹੌਲੀ ਆਪਣਾ ਕੀ ਹੈ, ਆਪਣੀ ਜਿਹੜੀ ਡਿਸਕ੍ਰਾਈਬਿੰਗ ਚੀਜ਼ਾਂ ਦੀ ਹੈ ਉਹ ਵੱਧਦੀ ਜਾਂਦੀ ਹੈ। ਇਸ ਅਵਸਥਾ ਵਿੱਚ ਬੱਚਾ ਆਪਣੀਆਂ ਵਿਚਾਰ ਪ੍ਰਕਿਰਿਆਵਾਂ ਲਈ ਭਾਸ਼ਾ, ਮੂਰਤਾਂ ਜਾਂ ਚਿੰਨ੍ਹਾਂ ਦਾ ਉਪਯੋਗ ਕਰਨ ਲਈ ਸਮਰਥ ਹੁੰਦਾ। ਬੱਚੇ ਨੂੰ ਕੁਛ ਵੀ, ਕੋਈ ਤੁਸੀਂ ਲੈਂਗੁਏਜ ਸਮਝਾਓਗੇ, ਬੱਚਾ ਬਿਲਕੁਲ ਛੋਟਾ 0 ਤੋਂ 1 ਸਾਲ ਦੇ ਬੱਚੇ ਨੂੰ, ਤੁਹਾਡੇ ਕੋਈ ਲੈਂਗੁਏਜ ਨਹੀਂ ਸਮਝ ਆ ਰਹੀ, ਭਾਸ਼ਾ ਦਾ ਉਪਯੋਗ, ਕੋਈ ਚਿੰਨ੍ਹ ਨਹੀਂ ਸਮਝ ਆਉਂਦੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੁੰਦਾ। ਗੈਰ ਸ਼ਾਬਦਿਕ ਕਿਰਿਆਵਾਂ ਅਤੇ ਗਤੀਵਿਧੀਆਂ ਰਾਹੀਂ ਪ੍ਰਸਤੁਤ ਕਰਦਾ, ਮਤਲਬ ਸਿਰਫ ਆਪਣੀਆਂ ਜਿਹੜੀਆਂ ਪ੍ਰਕਿਰਿਆਵਾਂ, ਕੋਈ ਗੈਰ ਸ਼ਾਬਦਿਕ ਜਿਹਨਾਂ ਕੋਈ ਸ਼ਬਦ ਨਹੀਂ ਹੁੰਦੇ, ਉਹਨਾਂ ਨੂੰ ਪਰਫੋਰਮ ਕਰਕੇ ਬੱਚਾ ਆਪਣੀ ਮੈਮਰੀ ਦੇ ਵਿੱਚ ਸਟੋਰ ਕਰਦਾ ਰਹਿੰਦਾ ਹੈ। ਸੈਕਿੰਡ ਸਟੇਜ ਆਉਂਦੀ ਹੈ ਆਈਕੋਨਿਕ, ਜਿਹਦੀ ਕਿ 1 ਤੋਂ ਲੈ ਕੇ 6 ਸਾਲ ਤੱਕ ਹੁੰਦੀ ਹੈ, ਜਿਹਨੂੰ ਮੂਰਤ ਪ੍ਰਸਤੁਤੀਕਰਨ ਅਵਸਥਾ ਕਹਿ ਦਿੰਦੇ ਆ। ਬੱਚਾ ਚੀਜ਼ਾਂ ਤੇ ਘਟਨਾਵਾਂ ਨੂੰ ਤਸਵੀਰਾਂ ਰਾਹੀਂ ਪ੍ਰਗਟਾਉਂਦਾ ਤੇ ਸਮਝਦਾ। ਜਿਵੇਂ ਹੁੰਦੇ ਨੇ ਬੁੱਕਸ ਦੇ ਵਿੱਚ ਤਸਵੀਰਾਂ ਬਣੀਆਂ ਹੁੰਦੀਆਂ, ਜਿਵੇਂ ਫੋਰ ਐਪਲ ਦੀ ਤਸਵੀਰ ਬੱਚੇ ਨੂੰ ਦਿਖਾਉਂਦੇ ਆ, ਆਈ ਦੀ ਤਸਵੀਰ ਦਿਖਾਉਂਦੇ ਆ। ਤਸਵੀਰਾਂ ਨੂੰ ਸਮਝ ਕੇ, ਦੇਖ ਕੇ ਬੱਚਾ ਚੀਜ਼ਾਂ ਨੂੰ ਸਮਝਣਾ, ਉਹਨਾਂ ਦਾ ਪ੍ਰਸਤੁਤ ਕਰਨਾ ਸਿੱਖਣਾ ਸ਼ੁਰੂ ਕਰ ਦਿੰਦਾ ਇਸ ਸਟੇਜ ਆਈਕੋਨਿਕ 'ਤੇ। Information is stored in sensory motor icons, usually visual one, like picture in the mind. For some of these conscious, otherwise don't experience। ਕੋਈ ਚੀਜ਼ਾਂ ਐਕਸਪੀਰੀਅੰਸ ਨਹੀਂ ਹੁੰਦੀਆਂ, ਸਿਰਫ ਕੌਨਸ਼ੀਅਸ ਵੇ ਨਾਲ ਮਾਈਂਡ ਦੇ ਵਿੱਚ ਸਟੋਰ ਹੋ ਕੇ ਬੱਚਾ ਉਹਨਾਂ ਨੂੰ ਸਿੱਖ ਲੈਂਦਾ। This may explain why when we are learning a new subject, it is often helpful to even to have a diagram or illustration to accompany the verbal information। ਤਾਂ ਮਤਲਬ ਇੱਕ ਡਾਇਗਰਾਮ ਨੂੰ ਵਰਬਲੀ ਉਹਨੂੰ ਦੇਖ ਕੇ ਫਿਰ ਉਹਨੂੰ ਸਮਝਣਾ, ਤਾਂ ਇਹਨਾਂ ਇਸ ਚੀਜ਼ ਦੇ ਵਿੱਚ ਬੱਚਾ ਮਤਲਬ ਇਸ ਸਟੇਜ ਦੇ ਵਿੱਚ ਇਹ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਆ। ਥਿੰਕਿੰਗ ਵੀ ਆ ਜਾਂਦੀ ਹੈ ਬੱਚੇ ਦੀ, ਮਤਲਬ ਆਈਕਨਸ ਨੂੰ ਦੇਖ ਕੇ ਆਪਦੀ ਥਿੰਕਿੰਗ ਜਿਹੜੀ ਉਹ ਡਿਵੈਲਪ ਕਰਨਾ ਸ਼ੁਰੂ ਕਰ ਲੈਂਦੇ। ਫਿਰ ਆ ਜਾਂਦੀ ਹੈ ਸਿੰਬੋਲਿਕ, ਦੈਟ ਇਜ਼ 7 years onward। ਚਿੰਤਨਾਤਮਕ ਪ੍ਰਸਤੁਤ ਕਰਨਾ, ਬੱਚਾ ਚੀਜ਼ਾਂ ਤੇ ਘਟਨਾਵਾਂ ਨੂੰ ਤਸਵੀਰਾਂ ਨਾਲ ਹੀ ਨਹੀਂ ਪ੍ਰਗਟਾਉਂਦਾ, ਬਲਕਿ ਚਿੰਤਨ ਕਰਦਾ, ਐਕਚੁਅਲ ਦੇ ਵਿੱਚ ਚੀਜ਼ਾਂ ਨੂੰ ਦੇਖ ਕੇ ਸਮਝਦਾ ਅਤੇ ਆਪਦੀ ਸੋਚ ਉਹਨਾਂ 'ਤੇ ਪ੍ਰਗਟ ਕਰਨੀ ਸ਼ੁਰੂ ਕਰਦਾ ਹੈ। ਦਿਸ ਡਿਵੈਲਪ ਲਾਸਟ, ਦਿਸ ਇਜ਼ ਵੇਅਰ ਇਨਫੋਰਮੇਸ਼ਨ ਇਜ਼ ਸਟੋਰਡ ਇਨ ਦਾ ਫੋਰਮ ਆਫ ਕੋਡ ਔਰ ਸਿੰਬਲ ਸੱਚ ਐਜ਼ ਲੈਂਗੁਏਜ। ਹੁਣ ਆਪਾਂ ਲੈਂਗੁਏਜ ਦੀ ਪਕੜ ਬਣ ਜਾਂਦੀ ਹੈ ਬੱਚੇ ਦੀ, ਭਾਸ਼ਾ ਦੇ ਤੌਰ 'ਤੇ ਬੱਚਾ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ। ਦਿਸ ਮੋਡ ਇਜ਼ ਰਿਕੁਆਇਰਡ ਅਰਾਊਂਡ 6 to 7 years old। In the symbolic stage, knowledge is stored primarily as words, mathematical symbols, or in other symbol systems such as music। ਬੱਚਾ ਸਾਰੇ ਸਿੰਬਲਸ ਨੂੰ ਸਮਝਣਾ ਸ਼ੁਰੂ ਕਰ ਲੈਂਦਾ, ਵਰਡਸ ਨੂੰ ਸਮਝਣਾ ਸ਼ੁਰੂ ਕਰ ਲੈਂਦਾ। ਮਿਊਜ਼ਿਕ ਦੇ ਜਿਹੜੇ ਚਿੰਨ੍ਹ ਹੁੰਦੇ, ਈਵਨ ਉਹ ਵੀ ਬੱਚੇ ਕਈ ਗਿਟਾਰ ਵਗੈਰਾ ਵਜਾਉਂਦੇ ਆ ਨਾ, ਮਿਊਜ਼ੀਕਲ ਇੰਸਟਰੂਮੈਂਟ ਦੇ ਜਿਹੜੇ ਚਿੰਨ੍ਹ ਹੁੰਦੇ ਉਹਨਾਂ ਨੂੰ ਵੀ ਸਮਝਣਾ ਬੱਚਾ ਸ਼ੁਰੂ ਕਰ ਲੈਂਦਾ ਹੈ। ਤਾਂ ਇਹਨਾਂ ਸਿੰਬਲਸ ਨੂੰ ਮੈਨੀਪੂਲੇਟ ਕਰਨਾ, ਆਰਡਰ ਕਰਨਾ, ਕਲਾਸੀਫਾਈਡ ਕਰਨਾ, ਸੋ ਦੈਟ ਦ ਯੂਜ਼ਰ ਇਜ਼ ਨਾਟ ਕੰਸਟ੍ਰੇਨਡ ਬਾਈ ਐਕਸ਼ਨ ਔਰ ਇਮੇਜਿਸ। ਇਹ ਸੀਗੀ ਮਤਲਬ ਬਰੂਨਰ ਦੀ ਜਿਹੜੀ ਥਿਊਰੀਜ਼ ਆ, ਉਹਦੇ ਵਿੱਚ ਜਿਹੜੀਆਂ 3 ਸਟੇਜਸ ਆ। ਫਿਰ ਇਹਦੀਆਂ ਐਜੂਕੇਸ਼ਨਲ ਇੰਪਲੀਕੇਸ਼ਨਸ ਕੀ ਹੈ। ਦ ਏਮ ਆਫ ਐਜੂਕੇਸ਼ਨ ਸ਼ੁੱਡ ਬੀ ਕ੍ਰੀਏਟ ਆਟੋਨੋਮੀਅਸ ਲਰਨਰ, ਦੈਟ ਇਜ਼ ਲਰਨਿੰਗ ਟੂ ਲਰਨ। ਮਤਲਬ ਲਰਨ, ਚੀਜ਼ਾਂ ਨੂੰ ਕਰਕੇ ਸਿੱਖਣਾ, ਸਿੱਖੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਹੋਰ ਸਿੱਖਣਾ। For Brunner in 1961, the purpose of education is not to impart knowledge, but instead to facilitate a child thinking and problem-solving skills, which can be transferred to a range of situations। ਤਾਂ ਹੁਣ ਬੱਚੇ ਨੂੰ ਸਿਰਫ ਇਹ ਨਹੀਂ ਹੈ ਵੀ ਨੌਲੇਜ ਦੇ ਦਿਓ, ਇਕੱਲੀ ਨੌਲੇਜ ਵੰਡਤੀ, ਬੱਚਾ ਸਕੂਲ ਦੇ ਵਿੱਚ ਆਇਆ, ਕਿਤਾਬਾਂ 'ਚੋਂ ਪੜ੍ਹਿਆ ਅਤੇ ਗਿਆ, ਨਹੀਂ। ਬੱਚੇ ਨੂੰ ਇਹ ਕਹਿ ਰਿਹਾ ਵੀ ਇਸ ਤਰ੍ਹਾਂ ਦੀ ਨੌਲੇਜ ਦਿੱਤੀ ਜਾਵੇ ਜਿਹਦੇ ਨਾਲ ਬੱਚੇ ਨੂੰ ਕੋਈ ਰੀਅਲ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਣੀ ਸੋਚ ਸ਼ਕਤੀ ਨਾਲ ਬੱਚਾ ਉਹਨਾਂ ਚੀਜ਼ਾਂ ਨੂੰ ਸੋਲਵ ਕਰ ਸਕੇ ਅਕੋਰਡਿੰਗ ਟੂ ਸਿਚੁਏਸ਼ਨ। ਸਪੈਸ਼ਲੀ ਐਜੂਕੇਸ਼ਨ ਸ਼ੁੱਡ ਆਲਸੋ ਡਿਵੈਲਪ ਸਿੰਬੋਲਿਕ ਥਿੰਕਿੰਗ ਇਨ ਚਿਲਡਰਨ। ਤਾਂ ਸਿੰਬੋਲਿਕ ਥਿੰਕਿੰਗ ਹੈ ਜਿਹੜੀ ਬੱਚੇ ਦੀ, ਉਹਨੂੰ ਵਧਾਵੇ ਐਜੂਕੇਸ਼ਨ, ਮਤਲਬ ਬੱਚੇ ਦੇ ਵਿਚਾਰ ਅਤੇ ਚਿੰਤਨ ਸ਼ਕਤੀ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹਨੂੰ ਵਾਧਾ ਕਰੇ। In 1960, Brunner text, the process of education was published. The main premises of Brunner text was that the student are active learner when construct their own knowledge। The student active learner ਕਦੋਂ ਬਣਨਗੇ, ਜਦੋਂ ਉਹ ਆਪਦੀ ਨੌਲੇਜ ਨੂੰ ਆਪ ਕੰਸਟਰਕਟ ਕਰਨਗੇ, ਆਪ ਬਣਾਉਣਗੇ। ਬਰੂਨਰ ਕਹਿੰਦਾ ਸੀ ਬੱਚਾ ਆਪਦੇ ਚਿੰਤਨ ਨਾਲ, ਆਪਦੀ ਥਿੰਕਿੰਗ ਨਾਲ ਆਪਦੀਆਂ ਪ੍ਰੋਬਲਮ ਨੂੰ ਖੁਦ ਸੋਲਵ ਕਰੇ ਅਤੇ ਆਪਦੀ ਨੌਲੇਜ ਨੂੰ ਅੱਗੇ ਡਿਵੈਲਪ ਕਰੇ। ਉਹ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਬਰੂਨਰ ਮਾਡਲ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਬਰੂਨਰ ਨੇ ਨਾ ਇੱਕ ਟੀਚਿੰਗ ਲਰਨਿੰਗ ਮਾਡਲ ਰਿਪਰੈਜ਼ੈਂਟ ਕੀਤਾ ਸੀ, ਜਿਹੜਾ ਕਿ ਬੇਸਡ ਔਨ ਕੰਸੈਪਟ ਅਟੇਨਮੈਂਟ ਟੀਚਿੰਗ ਮਾਡਲ, ਧਾਰਨਾ ਪ੍ਰਾਪਤੀ ਅਧਿਆਪਨ ਮਾਡਲ, ਜਿਹਦੇ ਨਾਲ ਕੀ ਹੈ ਬੱਚਾ ਚੀਜ਼ਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਸਿੱਖ ਸਕਦਾ ਹੈ। ਬਰੂਨਰ ਤੇ ਕਹਿੰਦੇ ਬਰੂਨਰ ਤੇ ਉਹਦੇ ਸਾਥੀ ਸੀ ਨਾ ਜਿਹੜੇ ਉਹਦੇ ਨਾਲ ਕੰਮ ਕਰਦੇ ਸੀ, ਉਹਨਾਂ ਨੇ ਬਹੁਤ ਸਾਰਾ ਸਮਾਂ ਕਿਸ ਚੀਜ਼ ਉੱਤੇ ਲਗਾਇਆ, ਜਿਸ ਰਾਹੀਂ ਵਸਤੂਆਂ, ਲੋਕਾਂ ਅਤੇ ਘਟਨਾਵਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਦੇ ਹੋਏ ਅਤੇ ਉਹਨਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵਿਕਸਿਤ ਕੀਤਾ ਹੋਵੇ। ਮਤਲਬ ਕਿਸੇ ਵੀ ਚੀਜ਼ ਨੂੰ ਸਮਝਣ ਲਈ, ਕਿਸੇ ਵੀ ਘਟਨਾ ਨੂੰ ਸਮਝ ਲਈ, ਇੱਕ ਪੂਰੀ ਘਟਨਾ ਨੂੰ ਇੱਕ ਭਾਗ ਦੇ ਵਿੱਚ ਸਮਝਣ ਦੀ ਬਜਾਏ ਉਸ ਘਟਨਾ ਦੇ ਛੋਟੇ-ਛੋਟੇ ਹਿੱਸੇ ਬਣਾ ਲਏ ਜਾਣ, ਵਰਗਾਂ ਦੇ ਵਿੱਚ ਵਿਭਾਜਿਤ
ਕਰ ਦਿੱਤਾ ਜਾਵੇ। ਦੇਖੋ ਕੋਈ ਵੀ ਚੀਜ਼ ਹੈ, ਇੱਕ ਪੂਰੇ ਪੇਜ ਨੂੰ ਪੜ੍ਹਨਾ ਸਮਝਣਾ ਬਹੁਤ ਮੁਸ਼ਕਿਲ ਹੋ ਜਾਂਦਾ, ਲੇਕਿਨ ਜੇ ਉਹੀ ਚੀਜ਼ ਪੈਰਾਗ੍ਰਾਫ ਦੇ ਵਿੱਚ ਬਣੀ ਹੋਈ ਹੈ ਜਾਂ ਵਿੱਚ ਕੋਈ ਚਿੱਤਰ ਬਣੇ ਹੋਏ ਆ, ਕੋਈ ਪਿਕਚਰਸ ਬਣੀਆਂ ਹੋਈਆਂ, ਤਾਂ ਉਹ ਚੀਜ਼ ਆਪਣੇ ਲਈ ਸਮਝਣੀ ਸੌਖੀ ਹੋ ਜਾਂਦੀ ਹੈ। ਤਾਂ ਇਸ ਲਈ ਬਰੂਨਰ ਕਹਿੰਦਾ ਕਿ ਬੱਚੇ ਨੂੰ ਜਿਹੜਾ ਸਮਝਾਉਣਾ ਉਹ ਕੀ ਹੈ, ਵਿਭਾਜਿਤ, ਕੋਈ ਵੀ ਘਟਨਾ ਉਹਨੂੰ ਵਿਭਾਜਿਤ ਕਰ ਲੈਣਾ, ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਲੈਣਾ। ਉਸ ਤੋਂ ਬਾਅਦ ਬੱਚੇ ਨੂੰ ਉਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਇਸ ਯੋਗ ਬਣ ਜਾਂਦੇ ਹੈ ਵੀ ਉਹਦੇ ਵਿੱਚ ਸਮਾਨਤਾਵਾਂ ਕੀ ਹੈ ਅਤੇ ਭਿੰਨਤਾਵਾਂ ਕੀ ਹੈ। ਜਦੋਂ ਪੂਰਾ ਟੌਪਿਕ ਸਮਝ ਲਿਆ, ਚੰਗੀ ਤਰ੍ਹਾਂ ਉਹਨੂੰ ਸਮਝ ਆ ਗਿਆ, ਵਿਭਾਜਿਤ ਕਰ ਲਿਆ, ਉਸ ਤੋਂ ਬਾਅਦ ਉਹਦੇ ਵਿੱਚ ਸਮਾਨਤਾਵਾਂ ਲੱਭਣੀਆਂ ਅਤੇ ਅਸਮਾਨਤਾਵਾਂ ਲੱਭਣੀਆਂ ਵੀ ਬੱਚੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਹੈ। ਤਾਂ ਇਹ ਸੀਗੀ ਬੱਚਿਓ ਬਰੂਨਰ ਦੀ ਆਪਣੀ ਥਿਊਰੀ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਅੱਛੀ ਤਰ੍ਹਾਂ ਸਮਝ ਆ ਗਈ ਹੋਊਗੀ। ਤਾਂ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਕਮੈਂਟ ਕਰ ਦਿਆ ਕਰੋ। ਥੈਂਕ ਯੂ ਸਟੂਡੈਂਟ, ਥੈਂਕ ਯੂ ਫॉर ਵਾਚਿੰਗ ਦ ਵੀਡੀਓ।